ਤਾਂ ਅਸੀਂ ਇਸ ਨੂੰ ਵੇਖਣਾ ਵੀ ਜਿਸ ਫਿਰਕੇ 'ਚ ਮੈਂ ਜਾਣਾ ਉਹਦਾ ਮੈਨੂੰ ਬਾਣਾ ਪਹਿਣਾ ਪੈਂਦਾ। ਤਾਂ ਫੌਜੀ ਦਾ ਬਾਣਾ ਨਿਆਰਾ, ਪੁਲਿਸ ਦਾ ਬਾਣਾ ਨਿਆਰਾ, ਬਾਕੀ ਸਾਰਿਆਂ ਦੇ ਰਲਵੇਂ ਮਿਲਵੇਂ, ਕਿਉਂਕਿ ਇਹ ਮੁੱਖ ਜ਼ਿੰਮੇਵਾਰ ਹਨ। ਜੇ ਬਾਣਾ ਨਾ ਹੋਵੇ ਤਾਂ ਪਹਿਚਾਣ ਨਹੀਂ। ਸੰਸਾਰੀਆਂ ਦੇ ਬਾਣਿਆਂ ਦੀ ਕੋਈ ਫਰਕ ਨਹੀਂ ਗਾ, ਪਰ ਇਹ ਵੀ ਬਾਣੇ ਬਦਲਣ 'ਤੇ ਲੱਗ ਗਏ। ਤਾਂ ਜਿਹੜੇ ਸਾਡੇ ਪ੍ਰਾਚੀਨ ਸੰਤ ਹੋਏ ਆ ਉਹਨਾਂ ਦਾ ਇੱਕ ਬਾਣਾ ਸੀ। ਕਿਉਂ ਬਾਣਾ ਸੀ? ਇਹ ਵੀ ਭਾਲਣੇ ਨਾ ਪੈਣ। ਨਕਲੀ ਸੰਤ ਸੀ ਜਿਹੜੇ ਉਹ ਫਸਾ ਲੈਂਦੇ ਸੀ। ਜਿਵੇਂ ਗੁਰੂਆਂ ਦੇ ਭੇਖ ਦੇ ਵਿੱਚ 22 ਮੰਜੀਆਂ ਧਾਰ ਕੇ ਬਹਿ ਗਏ ਸੀ ਅਤੇ ਉਹਨਾਂ ਨੇ ਗੁਰੂਆਂ ਨੂੰ ਛਪਾ ਲਿਆ ਸੀ। ਇਸ ਤਰ੍ਹਾਂ ਇਹ ਸੰਤ ਲੋਕ ਬਾਣਾ ਬਦਲਦੇ ਸੀ ਵੀ ਸਾਧਕ ਪੁਰਸ਼ ਕਿਸੇ ਗੈਰ ਆਦਮੀ ਦੇ ਹੱਥ ਨਾ ਚੜ੍ਹ ਜੇ। ਅਤੇ ਅੱਜ ਸਾਰਿਆਂ ਨੇ ਬਣਾ ਲਿਆ, ਜਿਹੜਾ ਸੂਤ ਆਉਂਦਾ ਉਹੋ ਹੀ ਬਾਣਾ ਪਾ ਲੈਂਦਾ। ਸਿੱਖ ਪੰਥ ਦੇ ਵਿੱਚ ਇਤਨੇ ਸੰਤ ਹੋਏ ਵਿਦਵਾਨ। ਨਾਨਕ ਜੀ ਮਹਾਰਾਜ ਤੋਂ ਨਿਰਮਲਾ ਪੰਥ ਚੱਲਿਆ। ਨਿਰਮਲੇ ਸੰਤ, ਤੱਤਵ ਗਿਆਨੀ, ਜਿਨ੍ਹਾਂ ਨੂੰ ਇਹ ਕਿਹਾ ਹੋਇਆ ਈਸ਼ਵਰ ਕਹਿੰਦਾ ਕਿ ਮੇਰੀ ਜਾਨ ਸਾਰੀ ਦੁਨੀਆ ਦੀ ਜਾਨ ਈਸ਼ਵਰ ਦੇ ਹੱਥ 'ਚ ਹੈ। ਅਤੇ ਈਸ਼ਵਰਾ ਦਾ ਮੇਰੀ ਜਾਨ ਤੱਤਵ ਗਿਆਨੀ ਦੇ ਹੱਥ 'ਚ ਹੈ। ਤੱਤਵ ਗਿਆਨੀ ਜਦੋਂ ਮੁੱਠੀ ਖੋਲ੍ਹਦਾ ਤਾਂ ਮੈਂ ਪ੍ਰਗਟ ਹੋ ਜਾਂਦਾ, ਅਤੇ ਜਦ ਮੁੱਠੀ ਬੰਦ ਕਰਦਾ ਅਤੇ ਮੈਂ ਵਿੱਚ ਹੀ ਸਮਾ ਜਾਂਦਾ। ਤਾਂ ਇਹ ਤੱਤਵ ਗਿਆਨੀ ਹੈ ਜਿਹੜੇ ਸਿੱਖ ਪੰਥ ਦੇ ਵਿੱਚ ਇਤਨੇ ਹੋਏ ਔਰ ਇਤਨੇ ਹੈ। ਪਰ ਜ਼ਿਆਦਾ ਇਹ ਗੱਲ ਹੈ ਕਿ ਮੈਂ ਉਤਸ਼ਾਹਤ ਕਰਨਾ ਚਾਹੁੰਦਾ ਵੀ ਇਤਨੇ ਵਿਦਵਾਨ ਸੀ ਹਿੰਦੂ ਸੰਸਕ੍ਰਿਤੀ ਦੇ ਵਿੱਚ। ਕਿਆ ਕਹਿਣਾ ਹੈ, ਨਾਂ ਨਹੀਂ ਸੰਤਾਂ ਦੇ ਮੈਂ ਕਿਸੇ ਦੇ ਲੈਂਦਾ, ਪਰ ਮੈਂ ਇੰਨਾ ਹੀ ਉਪਮਾ ਹੀ ਕਹਿੰਦਾ ਵੀ ਮਹਾਨ ਵਿਦਵਾਨ ਹਿੰਦੂ ਭਾਈਚਾਰੇ 'ਚ ਮਹਾਤਮਾ ਹੋਏ ਔਰ ਹੈ। ਮਹਾਨ ਵਿਦਵਾਨ ਮਹਾਤਮਾ ਸਿੱਖ ਭਾਈਚਾਰੇ 'ਚ ਹੋਏ। ਪਰ ਅੱਜ ਦੀ ਮੈਂ ਇਹ ਆਣਾ ਕਿ ਮੈਨੂੰ ਇਸ ਗੱਲ 'ਤੇ ਮਾਣ ਔਰ ਉਤਸ਼ਾਹ ਹੈ ਕਿ ਮੇਰਾ ਜਨਮ ਵੀ ਜਿਹੜਾ ਸਿੱਖ ਭਾਈਚਾਰੇ ਦੇ ਵਿੱਚ ਹੋਇਆ ਔਰ ਰਹਿਣ ਸਹਿਣ ਜੀਵਨ ਸਿੱਖ ਭਾਈਚਾਰੇ 'ਚ ਬੀਤਿਆ। ਔਰ ਜਿੱਥੇ ਕਿਤੇ ਸਤਸੰਗ ਚੋਟੀ ਦੇ ਵਿਦਵਾਨਾਂ ਦਾ ਹੁੰਦਾ ਉੱਥੇ ਆ ਪਗੜੀ ਵਾਲਾ ਇਹਨਾਂ ਸਿੱਖ ਲੋਕਾਂ ਦੀ ਲੱਜਿਆ ਰੱਖਦਾ ਜਾ ਕੇ। ਜਿੱਥੇ ਵਿਦਾਂਤ ਸੰਮੇਲਨ ਹੁੰਦੇ ਅਤੇ ਉੱਥੇ ਕਹਿੰਦੇ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਸਿੱਖ ਨਿਰੀਆਂ ਕਿਰਪਾਨਾਂ ਪਾ ਕੇ ਡਰਾਉਣ ਵਾਲੇ ਨਹੀਂ ਗੇ ਲੋਕਾਂ ਨੂੰ, ਸਿੱਖਾਂ 'ਚ ਵਿਦਵਾਨ ਵੀ। ਇਸ ਲਈ ਬੜੇ ਬੜੇ ਵਿਦਵਾਨ ਹੋਏ। ਔਰ ਅੱਜ ਦਾ ਜਿਹੜਾ ਸਿੱਖ ਹੈ ਇਹ ਲਾਲਚ 'ਚ ਪੈ ਗਿਆ। ਇਹ ਬੁਰੀ ਬਾਤ ਹੈ ਕਿ 50-50 ਹਜ਼ਾਰ ਤਨਖਾਹਾਂ ਉਹਨਾਂ ਦੀਆਂ ਹੈ ਜਿਹੜੇ ਅੱਧਾ ਘੰਟਾ ਵਾਜਾ ਤਬਲਾ ਵਜਾਉਂਦੇ ਆ, ਉਹ ਅੱਗੇ ਨਹੀਂ ਵਧੇ। ਕੀਰਤਨ ਹੀ ਸ਼ਬਦ ਦੀ ਸਿੱਖਿਆ। ਕਿਉਂ ਕਿ ਐਂਸ਼ 'ਚ ਪੈ ਗਏ, ਪਾਠ ਵਾਲੇ ਐਂਸ਼ 'ਚ ਪੈ ਗਏ, ਕਥਾ ਵਾਲੇ ਐਂਸ਼ 'ਚ ਪੈ ਗਏ ਅਤੇ ਸੱਤ ਬੋਲਣਾ ਉਹਨਾਂ ਨੇ ਬੰਦ ਕਰਤਾ। ਕਿਉਂ ਬੰਦ ਕਰਤਾ? ਸੱਤ ਇਸ ਲਈ ਨਹੀਂ ਬੋਲਦੇ, ਲੋਭੀ ਬੰਦਾ ਸੱਤ ਕਿਵੇਂ ਬੋਲ ਸਕਦਾ? ਕਿਉਂ? ਮਗਰ ਬੋਲਣਗੇ ਜਿਹਦੇ ਕਿਸੇ ਨੇ ਸੱਦਿਆ ਉਹਦੀ ਮਹਿਮਾ ਸੁਣਾਓ। ਇਹ ਸੱਤ ਅਖੰਡ ਬ੍ਰਹਮ ਦਾ ਚਿੰਤਨ ਕਰਦੇ ਸੀ। ਇਹ ਅੱਜ ਭਾਈ ਕੀਰਤਨੀਏ ਕਥਾ ਵਾਲੇ ਭੰਡ ਵਿਦਿਆ ਦਾ
चिंतन करते आ कि भंड हुंदे खैर होवे प्रभा दी, खैर होवे राजे परबां दी। ये भंड बोलते इन्हां नूं। बाणी दे विच भंडां नूं भट्ट कह के बोलिया। तो ये भंड विद्या सुणाउंदे आ कि उस्तति करते भावें गलत बंदे दी भी उस्तति करते, क्यों कि इन्हां ने सानू भेटा देनी है, इन्हां ने सानू सद्या और असीं इन्हां तो पैसा प्राप्त करना है। साडे गुरुआं ने सानू कहा सी ना तो पैसे पिछे पाठ करना है, ना पैसे पिछे कथा करनी है। तो असीं सच क्यों ना बोलीए, असीं सच का प्रतिपादन करते, क्यों कि सानू ये लालच नहीं, किसी ने सदना नहीं, कि किसी ने पैसा नहीं देना। असीं पैसे दे मारे विचार करते। मैं श्रोमणी कमेटी दे विचों मेरे मंगर गए, मेरे सज्जन भी वेखे अस्तीफा ना दे दी। मैं क्या नहीं, जिथे सत की कदर ही नहीं उत्थे रह के की करना है। मेरा मित्र सी मौलवी, और मौलवी ने आख्या ये सेवादार ना धरिया अरबी फारसी से, यदा नाम गुलाम है। गुलाम अच्छा, जे गुलाम नहीं तो अपनी मर्जी ना जाके वेखो ड्यूटी ते, भी मेरी मर्जी अज नहीं जाता। तो अगले गैर हाजरी लाउणगे, जवाब तलबी करनगे। तो गुलाम वह यार तत्व ज्ञानी हो के गुलाम। मैं 1 2 3 अस्तीफा 93 च लिख के देता। अज तो मेरा थोड़े नाल कोई संबंध नहीं। बड़ी मेरी चर्चा निंदिया की, जे बाणी दे विरुद्ध है, ये ढमाणे दे विरुद्ध है, तो 93 च अस्तीफा दिता। तो उदों मगरों मैं किसी गुरुद्वारे के अंदर पैर नहीं रखिया। क्यों? तुसीं गुरुद्वारे संभालो, साडे लई इंच इंच जमीन ये सारे ही गुरुद्वारा है। गुरुद्वारे तो गुरुद्वारे सब जमीन भूमि के अंदर है, तो जमीन भूमि ते गुरुद्वारे दे विच कोई अंतरा नहीं गा। इसलिए साडे लिए गली कूचा महला टिब्बा रेतला कीचड़ सब कुछ गुरुद्वारे तो वख नहीं गा। इसलिए सानू किसी गुरुद्वारे जाण की लोड़ नहीं रही। सब गोबिंद है, सब गोबिंद है, गोबिंद बिन नहीं कोई। तो गोबिंद दे मारिया नहीं जाना सी। इसलिए मैं कहना कि निक्के निक्के ग्रंथ पढ़ के सार किताबली पढ़ ली, ते विचार माला पढ़ ली, ते सिख भाईचारे दे ज्ञानी सदाउंदे है नहीं। थोड़े च बड़े बड़े ज्ञानी होए है और बड़े बड़े है। और उद्यम करो कि जे ज्ञानी खवाने हैं तो तत्व ज्ञान को प्राप्त करो। तत्व ज्ञान तो बिना, बाणी ने कहा कि ज्ञानी कोई कैसा है, आखिर दुध बिन धेन पंख बिन पंखी। क्या सुल्तान ज्ञान, क्या सुल्तान सलाम बहूना। दुध बिना गौवा गलियां च डंडे खा रही, ते पंछी पख नहीं गे जे उड़ते तो पंछी कहदा। दुध बिन धेन पंख बिन पंछी, क्या सुल्तान सलाम बहाना। वो राजा कहदा जिन्हों कोई सलाम नहीं करता, ते अंधी कोठी तेरे नाम नहीं। जेड़े अंधे इस कोठी च ज्ञान नहीं, वो कादा संत है ते कादा ज्ञानी है। आओ उस ज्ञान नूं पाओ। वो एक भी ऐसी चीज़ नहीं जिहड़ी बाहर रहेगी। सिख पंथ दे पास नानक प्रकाश, चूड़ामणि, कवि संतोख सिंह जी वर्गा विद्वान हारी सारी नहीं कोई हो सकता। ते 14 पोथियां उन्हें इतिहास दियां कढ़ियां। इन्हां 14 पोथियां दे विच 13वीं पोथी 5वीं रुत दे विच पढ़ के वेखो।
सारे उपनिषद, ब्रह्म सूत्र, योग दर्शन, कोई बाहर रहा ही नहीं गा कि जेड़ा असी कहिए कोई ऐसी गल है ज्ञान दी कि जेड़ी बाहर अजे इहदे विच नहीं। यार एडा वड्डा फलासफा ते किसने, ये भाई दया सिंह ने ये वर्णन किया, जेड़ा पंज प्यारे से गुरु गोबिंद सिंह दे, तो प्यारियां दा सत्कार गुरु गोबिंद सिंह दा तां सी कि ये प्रश्न करता सिखा ने भी जागृत की है, सुपन की है, निंद्रा की है, मूर्छता की है, समाधि की है, मरण की है, इतिहादक लेके 15 प्रश्न किए हुए है। ते 15 प्रश्नों का भाई दया सिंह जी नूं गुरु गोबिंद सिंह ने कहा, भाई दया सिंह तो साडा ही रूप है, दे उत्तर जदों जग्यासू बन के आए है। तो भाई दया सिंह ने इन्हां सारियां दा उत्तर दिते है। तो इसलिए कोट कोट प्रणाम भाई दया सिंह होरां पंज प्यारियां नूं। ते अज प्यारे पंज पौड़ियां जानते तो वेश भूषा पा के प्यारे नहीं बनीदा, वो विद्या पाओ। इन्हां प्यारियां नूं भी कोट कोट प्रणाम है जे विद्या जानते है। तो जे नहीं जानते तो जे शरीर हैगा जाननी चाहिए है। अगर आप नहीं जानते तो किसी ज्ञाते पुरुष तो पुछो, नहीं प्यारियां नूं कमजोरी ना विखाओ, प्यारियां दा महत्व प्रगट करो। भाई दया सिंह ने जेड़े उत्तर दिते है, ये मैं एक गुरुद्वारे दे विच कैलगिरी चलिया गया कनेडा, उत्थे मैं 1 महीना कथा कीती ते मैनू उसने एक मेरे तो उपरंत आने वाला सीगा एक मुंडा कथाकार, वो आदा जी जिहड़ी तुसी कथा छेड़ी बैठे हैं तां असी तां जानदे ने, मैं की करूं। ते मैं आख्या जिहड़ा ये पंडाल भरिया ये किहड़ा जानदे, जिहड़ी मर्जी सुना दे इन्हां नूं। जदों इन्हां नूं कोई जानदे नहीं, क्यों एडा वड्डा सिखां दा इतिहास है, ये जिंदगी भर लगे मुकदा नहीं गा, क्योंकि इहदा मनण नहीं हो रहा। मैं आख्या तू संसा ना कर, जेड़े नीवियां पाई बैठे गुरुद्वारे च कथा सुनते जानते ये भी कुछ नहीं गे, क्यों जानने वाले ने किसी ने समझाया ही नहीं। जिमें पंडित लोग अपना बोझ अगले ते पाउण लई ऐसी संस्कृत बोलते कि कोई जग्यासू समझ ना लवे। जे समझ ली तो फिर तो मैं तो वो इको जिहा। गुरुआं ने सौखे ढंग दे नाल समझाउण वास्ते बाणी लिखी सी भी ये सिख बोलन ते अगले सरोता समझ लैण। ये भी समझा नहीं सकिया कोई, कोई विरले किसी नूं पुछ लो पंडाल भरे की समझिया तू। और मैं एक नूं आख्या, मेरे नाल विचार करन लग गया, आखे परमाद पुरख मन ओपमम सत आद भाव रत्यं परमिद भुत्यं प्रकृतं जद चत्यं सर्वगतं। वो मैनू एक आदे आखे जी हथ बन के बेनती है। मैं दस भाई, आखे पंडितां वाली गल ना सानू सुनाओ। मैं आख्या किहड़े पंडित की गल करदे आ, तुसीं गुरबाणी नूं भी नहीं सुनदे ने, असीं तां गुरबाणी सुनदे। ते मैं आख्या ये की है, ये गुरबाणी। आखे जी असीं तां अज तक सुनी नहीं। ते तुसीं सूरज प्रकाश सुनिया 13वीं पोथी की कथा, पर 13वीं पोथी की जिहड़ा कथा करदा, मैं उत्थे एक कथा करा, अज गल बाहर दी चल पई, वो मैं कथा करा। भाई मेरे को आया दरम्याना वेस,
एक उत्थे जिन्हों मैं कथा तो बदलना सीगा, मैं उत्थे महीना कथा करनी सी, उन्हें आख्या भी इनू सुनते अज क्योंकि लगता तो इवें जी है। तो मैं मन च आख्या तो सारे शरीर ही इवें है, आ शरीर इवें नहीं, जेड़े बन तन के बहते ये भी इवें ही है, जेड़ा असल है वो तो आत्मा है। तो उन्हें आख्या जेड़ा मैनू इवें टेची समझदा सी, उन्हें हाथ जोड़े भी बेनती करा। मैं बई दस भरावा, आखिर साडे सिंह पढ़ना चाहुंदे आ ये ते थोड़े कोले भेज दिने, पढ़ा देओगे। मैं आख्या भी गल सुन, ना तो मेरियां गोलकां लाइयां किते पैसे आस्ते, ना मैं पाठ करदा पैसे आस्ते, ना मेरी किते कथा चलदी पैसे आस्ते, ते मेरा आपदा घर आ छोटा जा, उहदे च रहना, अपना रहन सहन का इंतजाम कर लैन तो आ जान। वो साडे कोले इत्थे सिख के सिखण आए सी, ते उस आदमी ने घल्ले, और मैं उन्होंने आख्या भी जिस संप्रदाय दे विचों तूं वो तो संत ही बड़े चोटी दे विद्वान सी, ते तुसीं खुद क्यों नहीं पढ़ा दिंदे। तो उन्हें हाथ जोड़ते, वो साडे च कोई भी पढ़ाउण वाला नहीं है इस वेले। तो मैं उन्हां भरावां नूं बेनती करदा, जिस संप्रदाय दे विच विद्वान चोटी दे होए, और जे है तो अगे ये विद्या पढ़ाउण, अगर नहीं तो कोई मेरे कोले आ जाए। विचार सागर, ब्रह्म सूत्र, बिरती प्रभाकर, इत्यादक पंचदशी, इत्यादक सारे ग्रंथ असी पढ़ाए। जेड़े अजकल दे ज्ञानी अखाउंदे, साडे घर दियां बुढ़ियां रोटियां पकाउण वालियां साडे नाल सत्संग करदियां, वो उन्हां तो अगे टोक दिंदियां भी बाबा इउं नहीं। क्यों 60 साल हो गए सानू गुरमत का प्रचार वेदांत पढ़ाउंदियां नूं, फिर कह देंगे ये सिख भाईचारे ने गुरमत इतिहास नूं आदे। बाणी ने गुरमत किस नूं कहा? बाणी कहती गुरमत लिहो, लो गुरमत। केड़ी गुरमत है? आखे गुरमत लिहो तरो सच तारी, आत्म चीनो हृदय मुरारी। ये गुरमत है कि हिरदे दे विच आत्मा बैठा है, इनू जानो। इसलिए जेड़ा मेरे कई मित्र सन हैगे आ, वो मित्र बड़े बड़े पद ते पहुँचे, दुनियावी पद ते वो मित्र इस विद्या तो खाली है। लोग उन्होंने भाई घर बारियां खोलते हैं, कारां ते चढ़ाउंदे चक के। मैं आख्या अगे कुछ दसो भी। इस वास्ते हैगा कि ब्रह्म विद्या जिहड़ी है, इहनूं कहा होया, कई कहिंदे है जी बाणी च भी ब्रह्म, तां इह होया भी ब्रह्म है जिहड़ा असीं छे विशेषण ब्रह्म दे लाए आ। भी वो छे विशेषण किहड़े है? कहो नानक गुर किरपा धारै, हिरदा सुध तो ब्रह्म विचारा। आ गया बाणी च ब्रह्म विचार के नहीं। अगे दूजा आ गया तजो सब भरम, भजो पार ब्रह्म, नानक यही अटल धर्म। असल धर्म मनुख दा यह है पक्का के पार ब्रह्म नूं जानना। सतसंग मिल हर साध। हाँ अगे आया सतसंगत मिल हर साध आया, गुरमुख ब्रह्म पछाता। सत संतोख का धरो अगे आ गया सत संतोख का धरो ध्यान, कथनी कथिए ब्रह्म ज्ञान। कल युग में एक नाम
अगे आ गया अखे कल युग में एक नाम आधार, नानक बोले ब्रह्म विचार। ब्रह्म विचार विचारे कोए, नानक तांकी परमगत होए। अगर कहो तो गुरबाणी की लड़ी ला देंगे असी भी, इन्ना गुरबाणी च ब्रह्म विचार की परिभाषा और महिमा है। पर गल तो ये की है भी ये 60 पत्रे पढ़ लेंदा घंटे च, वो 60 को तो घोड़ी नहीं जाती घंटे च, ये घंटे च 60 पत्रे पढ़दा ब्रह्म विद्या दे। इन्हां लोकां ने 60 की काल दे विच बाणी दे रहस नूं प्रगट नहीं होण दिता। असीं आने भी घंटे च 5 पत्रे पढ़ो, इहदा रहस जाणो। इसलिए सिख पंथ के लोग है जिहड़े गुरबाणी दे विचार तो खाली है। क्यों? जो भी कोई कथा करते हैं वो कथा करने वाले भूत की कथा सुणाते हैं, सब इतिहास चक के बह जाता है। जिस वेले जी सच्चे पातशाह इधर गए, सच्चे पातशाह इधर गए, तो जिहड़ा गुरु ग्रंथ साहब है, नानक जी महाराज पहले गुरु है। नानक जी का हुक्म 9 गुरुआं ते चलदा है। सारी गुरबाणी के नां ते नानक पद आउंदा है। क्यों आउंदा है? ये कोई माड़ी बात नहीं, सब तो उच्ची बात है। तो नानक जी महाराज के शिष्य जिहड़े कौन सिख होए? जिहड़े ने बचन नूं मन्निया। सालसराय जौहरी ने नानक जी महाराज के बचन नूं मन्निया। नानक जी महाराज ने एक बचन सुनाया, वो गुर प्रताप सूरज दी नानक प्रकाश च आउंदा है कि नानक जी महाराज की कहिंदे, लोग अपने अपने विचार नूं बैठे पकड़ के हौमां च। नानक जी ने की आख्या? नानक जी कहिंदे, उत्तम जन्म सुसाकत कही है। जिहड़े उत्तम जन्म वाले आप नूं मनदे है, नानक जी महाराज ने उन्होंने साकत कह के बोलिया। उत्तम जन्म सुसाकत कही है, नीच नारायण पाया। लोभ लहर ते छुटे, जिन साध संगत गुण गाया। नानक जी महाराज ने ये सालसराय जौहरी दे कोले क्या, उत्तों सालसराय नूं महाराज की हुक्म दिंदे, आखे सालसराय काम ये कीजै। तैनूं कहण लगे ये काम कर ला, सालसराय काम ये कीजै, निज कंकर के चरण गहीजै। सुन सालस बांधे दोए हाथा, तूरन धरियो दास पग माथा। जो गुर कियो सोई, जो गुर कहो सोई कर दीना। मम दास ये बुद्धि प्रवीना। जो गुरुआं ने आख्या ये तेरे दास दे पैरी पै जा। सालसराय जौहरी अपने नौकर दे चरनी डिग पिया। ये गुरुआं दे बचन नूं मनना है। तो गुरुआं ने आख्या, ओए लालच छोड़ो अंधे हो, लालच दुख भारी। जेड़े गुरु ग्रंथ साहब दे चरनी पैंदे दूरों, आखे दया सिंह सतान दा पीर बनिया। मेरी तरफ से दूरों सलाम इसनूं। ये शैतान दे पीर बने हैं, सलाम कर देंदे गुरु ग्रंथ साहब नूं। जदों गुरु ग्रंथ साहब ने यह आख्या भी लालच छोड़ो अंधिओ, लालच दुख भारी। नानक जी महाराज ने सालसराम जौहरी नूं कहा, वो झट अपने नौकर दे चरनी डिग पिया। ते अज दा सिख विचारे भी असी उन्हां वचनां ते चलदे हैं? नहीं, उत्थे ही खड़े आ। तां कहिंदे आ कि बाणा बदले बारंबार।
ਬਾਣਾ ਬਦਲਦਾ, ਬਾਣ ਬਦਲੇ। ਗੁਰੂਆਂ ਨਾਨਕ ਦੇਵ ਜੀ ਨੇ ਸਾਲਸਰਾਏ ਜੌਹਰੀ ਨੂੰ ਬਾਣਾ ਨਹੀਂ ਬਦਲਾਇਆ ਕੋਈ, ਉਹਦੀ ਬਾਣ ਬਦਲਤੀ, ਆਦਤ ਬਦਲਤੀ। ਤੇ ਜੇ ਸਾਲਸਰਾਏ ਜੌਹਰੀ ਦੀ ਆਦਤ ਬਦਲਣ ਦਾ ਉਪਦੇਸ਼ ਹੈ, ਅਸਮਦਾਦ ਜਿੰਨੇ ਸਿੱਖ ਭਾਈਚਾਰਾ, ਜਿੰਨੇ ਮਾਨਵ ਹੈ, ਸਾਰਿਆਂ ਨੂੰ ਹੱਕ ਹੈ ਕਿ ਆਪਣੀ ਆਦਤ ਬਦਲੋ। ਗੁਰੂਆਂ ਦੇ ਬਚਨ ਸੁਣਨ ਦਾ ਲਾਭ ਹੈ ਕਿ ਆਪਣਾ ਆਦਤ ਸੁਭਾਅ ਬਦਲਣਾ। ਜਦੋਂ ਆਦਤ ਸੁਭਾਅ ਨਹੀਂ ਬਦਲਦੇ ਤਾਂ ਕਿਉਂ ਕਿ ਜੇ ਆਦਤ ਸੁਭਾਅ ਬਦਲਿਆ ਹੋਵੇ ਤਾਂ ਬ੍ਰਹਮ ਗਿਆਨ ਪੜ੍ਹੋ। ਫਿਰ ਦੁਬਾਰੇ ਮੈਂ 5ਵੀਂ ਰਿਤੂ 13ਵੀਂ ਪੋਥੀ 'ਚ ਪੜ੍ਹੋ, ਔਰ ਸਾਰਾ ਹੀ ਆਨੰਦ ਹੈ। ਔਰ ਉਸ ਪਦ ਨੂੰ ਪ੍ਰਾਪਤ ਕਰ ਲੈਣਗੇ ਕਿ ਜਿਹਨੂੰ ਸਿੰਘਾਸਣ ਕਿਹਾ, ਕਿਹੜਾ ਜਿੱਥੋਂ ਮੁੜ ਕੇ ਧਰਤੀ 'ਤੇ ਨਹੀਂ ਡਿੱਗਦਾ, ਅੰਮ੍ਰਿਤ ਹੋ ਜਾਂਦਾ ਹੈ। ਆਖੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲਿਓ ਸਾਰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੇ ਪਛਾਣੀ। ਕੋਈ ਨਹੀਂ ਪਛਾਣ ਕਰਦਾ ਇਹ ਰਾਮ ਹੈ ਕਿ ਕਬੀਰ ਹੈ। ਤਾਂ ਗੱਲ ਤਾਂ ਹੈਗੀ ਹੈ, ਕਬੀਰ ਦੀਆਂ ਗੱਲਾਂ ਸੁਣ ਲਈਆਂ, ਨਾਨਕ ਜੀ ਮਹਾਰਾਜ ਦੀਆਂ ਗੱਲਾਂ ਸੁਣ ਲਈਆਂ, ਤਾਂ ਇਹ ਵੱਡੇ ਦੀ ਗੱਲ। ਹੁਣ ਜਿਵੇਂ ਸੈਂਕੜੇ ਲੋਕੀ ਹੈ, ਗਿਆਨੀ ਜੈਲ ਸਿੰਘ ਜੀ ਚੀਫ ਮਿਨਿਸਟਰ ਹੋਏ ਪੰਜਾਬ ਦੇ, ਤਾਂ ਕਈ ਉਸ ਭਾਈਚਾਰੇ ਦੇ ਸਾਡਾ ਰਿਸ਼ਤੇਦਾਰ ਹੈ। ਹੁਣ ਉਹ ਚਰਨਜੀਤ ਸਿੰਘ ਚੰਨੀ ਆ, ਹੁਣ ਇਹ ਬਹੁਤਿਆਂ ਦਾ ਰਿਸ਼ਤੇਦਾਰ ਹੈ। ਤਾਂ ਇਹ ਕਿਉਂਕਿ ਚਰਨਜੀਤ ਸਿੰਘ ਚੰਨੀ ਦਾ ਨਾਂ ਲੈਣਾ ਦੂਜਿਆਂ 'ਤੇ ਦਬਾਅ ਪਾਉਣ ਲਈ, ਗਿਆਨੀ ਜੈਲ ਸਿੰਘ ਦਾ ਨਾਂ ਲੈਣਾ ਦੂਜਿਆਂ 'ਤੇ ਦਬਾਅ ਪਾਉਣ ਲਈ, ਅਤੇ ਨਾਨਕ ਦੀ ਬਾਣੀ ਦਾ ਨਾਂ ਲੈਣਾ ਦੂਜਿਆਂ 'ਤੇ ਦਬਾਅ ਪਾਉਣ ਲਈ, ਉਪਨਿਸ਼ਦਾਂ ਦਾ ਨਾਂ ਲੈਣਾ ਦੂਜਿਆਂ 'ਤੇ ਦਬਾਅ ਪਾਉਣ ਲਈ। ਯਾਰ ਨਾਨਕ ਜੀ ਮਹਾਰਾਜ ਕੁਛ ਕਹਿ ਗਏ, ਉਹ ਮੁਕਤ ਪੁਰਸ਼ ਸੀ। ਕਬੀਰ ਜੀ ਕੁਛ ਕਹਿ ਗਏ, ਉਹ ਮੁਕਤ ਪੁਰਸ਼ ਸੀ। ਸੰਤ ਲੋਕ ਕੁਛ ਕਹਿ ਗਏ, ਉਹ ਮੁਕਤ ਪੁਰਸ਼ ਹੈ। ਤੂੰ ਬੋਲ, ਤੂੰ ਇਸ ਵਿਸ਼ੇ 'ਤੇ ਕੀ ਕਹਿਣਾ? ਤਾਂ ਅੱਗੇ ਨਹੀਂ, ਨਾਨਕ ਜੀ ਮਹਾਰਾਜ ਤਾਂ ਐਂ ਕਹਿ ਗਏ। ਇਹ ਵੱਡਿਆਂ ਦੀਆਂ ਨਾਂ ਲੈਣੇ, ਵੱਡਿਆਂ ਦੀ ਬਾਣੀ ਬੋਲਣੀ, ਇਹ ਸੁਣਨ ਵਾਲਿਆਂ 'ਤੇ ਦਬਾਅ ਪਾਉਣ ਵਾਸਤੇ ਹੈ, ਹੋਰ ਕੁਛ ਨਹੀਂ। ਜਦੋਂ ਜੇ ਸੱਚੇ ਪਾਤਸ਼ਾਹ, ਯਾਰ ਸੱਚੇ ਪਾਤਸ਼ਾਹ, ਜਦੋਂ ਸੱਚੇ ਪਾਤਸ਼ਾਹ ਮੁਕਤ ਹੈ, ਉਹ ਕੁਛ ਵੀ ਆਪਣੀ ਲੀਲਾ ਮਹਿਮਾ ਕਰ ਸਕਦੇ। ਰਾਮ ਜੀ ਕੁਛ ਕਰ ਸਕਦੇ, ਕ੍ਰਿਸ਼ਨ ਕੁਛ ਕਰ ਸਕਦੇ, ਗੁਰੂ ਗੋਬਿੰਦ ਸਿੰਘ ਕੁਛ ਕਰ ਸਕਦੇ ਆ। ਪਰ ਤੁਹਾਡੇ ਜੇ ਤਾਕਤ ਹੈਗੀ ਆ ਤਾਂ ਬਤਾਓ। ਫਿਰ ਉਹਨਾਂ ਦੀਆਂ ਰੀਸਾਂ ਕੀ ਕਰਦੇ? ਉਹ ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸੈਲਾਂ ਨੂੰ ਡਾਂਟਤਾ ਸੀ, ਭਾਰਤ ਦੀ ਮੁਗਲ ਸਰਕਾਰ ਨੂੰ। ਥਰ ਥਰ ਪਹਾੜੀ ਰਾਜੇ ਕੰਬਦੇ ਸੀ, ਥਰ ਥਰ ਰਿਆਸਤਾਂ ਕੰਬਦੀਆਂ ਸੀ। ਅਤੇ ਤੁਹਾਨੂੰ 2 ਸਿਪਾਹੀ, ਅੱਬਲ ਤਾਂ ਇੱਕ ਨੇ, 2 ਸਿਪਾਹੀ ਫੜ ਕੇ ਬਾਹਾਂ ਤੋਂ ਲੈ ਜਾਣਗੇ। ਮਾੜੀ ਜਿਹੀ ਗੜਬੜੀ ਕਰਕੇ ਵੇਖ ਲਓ। ਅਤੇ ਤੁਸੀਂ ਇਹ ਗੁਰੂ ਗੋਬਿੰਦ ਸਿੰਘ ਵਾਲੀਆਂ ਪਾਵਰ ਨਹੀਂ ਰੱਖਦੇ, ਨਾ ਉਹ ਪਾਵਰ ਤੁਸੀਂ ਰੱਖਦੇ ਆ, ਅਤੇ ਨਾ ਉਹ ਪਾਵਰ ਵਰਤਣ ਦੀ ਕੋਸ਼ਿਸ਼ ਕਰੋ। ਜਿਹੜੀ ਤੁਹਾਨੂੰ ਕਹੇਗੀ ਉਹ ਕਰੋ। ਕਿ ਗੁਰੂ ਗੋਬਿੰਦ ਸਿੰਘ ਨੇ ਤੁਹਾਨੂੰ ਕਿਹਾ ਕਿ ਸਿੱਖ ਕੀ ਕਰੇ? ਉਹ ਕਹਿੰਦੇ ਮੇਰਾ ਸਿੱਖ ਗ੍ਰੰਥ ਕੀ ਪੂਜਾ ਲਏ ਅਰਦਾਸ, ਬਿਖ ਖਾਵੇ ਝੂਠਾ ਚੁਗਲ, ਸੋ ਮੇਰੋ ਨੀ ਦਾਸ। ਤੁਹਾਨੂੰ ਕੀ ਕਿਹਾ? ਤੁਸੀਂ ਗ੍ਰੰਥ ਦੀ ਪੂਜਾ 'ਤੇ ਪਲੀ ਜਾਂਦੇ ਆ, ਪਰਿਵਾਰਾਂ ਦੇ ਪਰਿਵਾਰ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਇਹਦਾ ਅਸਰ ਕੀ ਹੋਏਗਾ। ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਛੱਡਿਆ, ਜੋ ਪੈਸਾ ਸੀ ਦਰਬ 70 ਦਰਬ ਸਤਲੁਜ ਦੇ ਵਿੱਚ ਸਿੱਟੋ। ਬਥੇਰਿਆਂ ਨੇ ਮਹਾਰਾਜ ਜੀ ਉਹ ਸਿੱਟ ਦਿਓ,
ਇਹ ਪੈਸਾ ਤੁਹਾਡੀਆਂ ਕੁਲਾਂ ਦਾ ਨਾਸ ਕਰ ਦੇਗਾ। ਗੁਰੂ ਗੋਬਿੰਦ ਸਿੰਘ ਨੇ ਸਾਰਾ ਅੰਨ ਧਨ ਦਰਿਆ 'ਚ ਸਟਾਇਆ ਤੇ ਉਹਦੇ ਚੇਲੇ ਅੰਨ ਧਨ ਇਕੱਠਾ ਕਰਨ ਲੱਗੇ ਆ ਤੇ ਤੁਸੀਂ ਗੁਰੂ ਵਾਲੇ ਕਿਵੇਂ ਹੋ ਗਏ ਜੀ? ਉਹਨੇ ਪੰਡਾਂ ਦੀਆਂ ਪੰਡਾਂ ਫੈਂਕਤੀਆਂ, ਫੈਂਕ ਦਿਓ ਜੀ, ਸਿੱਖਾਂ ਨੂੰ ਵੰਡ ਦਿਓ। ਉਹ ਆ ਦਿਓ ਇਹ ਜ਼ਹਿਰ ਹੈ, ਜ਼ਹਿਰ। ਮਾਤਾ ਜੀ ਕੋਲੇ ਫਰਿਆਦ ਕੀਤੀ ਸਿੱਖਾਂ ਨੇ, ਮਾਤਾ ਜੀ ਸਾਨੂੰ ਦੇ ਦਿਓ, ਅਸੀਂ ਆਪਦੇ ਘਰੀਂ ਦੇ ਆਉਨੇ। ਮਾਤਾ ਜੀ ਨੇ ਮਾੜਾ ਜਿਹਾ ਉਹਨਾਂ ਦੀ ਗੱਲ ਦੀ ਸਹਾਰਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਕਹਿਤਾ, ਮਾਤਾ ਜੀ ਲਿਓ ਮੈਨੂੰ ਥੋੜ੍ਹਾ ਜਿਹਾ ਜ਼ਹਿਰ ਦੇ ਦਿਓ ਆਪਦੇ ਹੱਥੀਂ। ਮਾਤਾ ਜੀ ਕਹਿੰਦੀ, ਬੇਟਾ ਮੈਂ ਜ਼ਹਿਰ ਤੁਹਾਨੂੰ ਆਪਦੇ ਹੱਥੀਂ ਕਿਵੇਂ ਦੇ ਸਕਦੀ ਹਾਂ? ਤਾਂ ਗੁਰੂ ਗੋਬਿੰਦ ਸਿੰਘ ਨੇ ਆਖਿਆ, ਇਹ ਸਾਰਾ ਖਾਲਸਾ ਪੰਥ ਮੇਰਾ ਵੀ ਬੇਟਿਆਂ ਤੋਂ ਲਾ, ਮੈਂ ਇਹਨਾਂ ਨੂੰ ਜ਼ਹਿਰ ਨਹੀਂ ਦੇ ਸਕਦਾ। ਤੇ ਸਾਰਾ ਸਿੱਖ ਪੰਥ ਜ਼ਹਿਰ ਇਕੱਠੀ ਕਰਨ 'ਤੇ ਲੱਗਿਆ ਤੇ ਗੁਰੂ ਗੋਬਿੰਦ ਸਿੰਘ ਦੇ ਤੁੱਲ ਤੁਸੀਂ ਕਿਵੇਂ ਹੋ ਗਏ? ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ, ਮੇਰਾ ਸਿੱਖ ਗ੍ਰੰਥ ਕੀ ਪੂਜਾ ਲਈ ਅਰਦਾਸ, ਬਿਖ ਖਾਵੇ ਝੂਠਾ ਚੁਗਲ, ਸੋ ਮੇਰੋ ਨੇ ਦਾਸ। ਸੋ ਅੱਜ ਦਾ ਵਿਚਾਰ ਇੱਥੇ ਕਰਦੇ। ਉਹ ਫੇਰ ਰਹਿ ਗਏ ਸਾਕਸ਼ੀ ਦਾ ਕੀ ਸਰੂਪ ਹੈ ਔਰ ਜੀਵ ਦਾ ਕੀ ਸਰੂਪ ਹੈ, ਔਰ ਜਾਗਰਤ ਤੇ ਸੁਪਨ ਸੁਖੋਪਤੀ। ਇਹ 1 ਮਿੰਟ ਦੇ ਵਿੱਚ ਮੈਂ 2 ਰਸਤੇ ਦੱਸਦਾ। ਇੱਕ ਰਸਤਾ ਇੱਧਰ ਨਿੰਦਰਾ ਤੋਂ ਅੱਗੇ ਅੰਮ੍ਰਿਤ ਦਾ, ਇੱਕ ਰਸਤਾ ਮਿਰਤੂ ਦਾ। ਤਾਂ ਤੁਸੀਂ ਵਿਚਾਰੋ ਕਿ ਕਿਹੜਾ ਰਸਤਾ ਮਨਜ਼ੂਰ ਕੀਤਾ। ਅੱਗੇ ਤੁਰਿਆ ਚੌਥਾ ਜਿਹੜਾ ਉਹ ਅੰਮ੍ਰਿਤ ਹੈ ਤੇ ਇਧਰੋਂ ਮੁਰਸ਼ਦਾ, ਤਾਂ ਮੁਰਸ਼ਦਾ ਉਸ ਮਿਰਤੂ 'ਚ ਲੈ ਜਾਓਗੇ ਜਿੱਥੇ ਕਲਪਾਂ ਪਰਯੰਤ ਨਰਕ ਦੇ ਵਿੱਚ ਪਿਆ ਰਹੇਗਾ। ਇਹ ਵੇਖਣਾ ਅਸੀਂ ਇਸ ਮਿਰਤੂ ਤੇ ਕਿਵੇਂ ਬਚਣਾ। ਅਗਰ ਇਹ ਮਿਰਤੂ ਤੋਂ ਬਚਣ ਵਾਲਾ ਅਗਲਾ ਸਮਾਂ ਆ ਗਿਆ, ਅਗਲੇ ਐਤਵਾਰ ਨੂੰ ਤੁਹਾਨੂੰ ਫੇਰ ਦੱਸਾਂਗੇ, ਤਾਂ ਯਾਦ ਕਰਾ ਦੇਣਾ। ਅੱਜ ਦਾ ਵਿਚਾਰ ਇੱਥੇ ਸਮਾਪਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।